ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ। ਸਾਡਾ ਇਤਿਹਾਸ ਕਹਿੰਦਾ ਕਿ ਮਹਾਰਾਜ ਜੀ ਜਿੱਥੇ ਅਸੀਂ ਈਸਵੀ ਜਦੋਂ ਦੇਖਦੇ ਹਾਂ ਕੈਲੰਡਰ ਨੂੰ ਤੇ 22 ਦਸੰਬਰ ਸਤਿਗੁਰੂ ਜੀ 1666 ਨੂੰ ਮਹਾਰਾਜ ਜੀਆਂ ਦਾ ਆਗਮਨ ਹੋਇਆ। ਪਿਛਲੇ ਦਿਨੀ ਨਾ ਆਪਾਂ ਚਮਕੌਰ ਸਾਹਿਬ ਦਾ ਸਾਕਾ ਮਨਾਇਆ ਸੀ। ਸੰਗਤ ਜੀ 22 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਦੋਂ ਆਉਂਦਾ ਨਾ, ਕਹਿੰਦੇ ਉਦਣ ਮੇਰੇ ਬਾਜਾਂ ਵਾਲੇ ਦਾ ਜਨਮ ਦਿਹਾੜਾ ਵੀ ਹੁੰਦਾ ਹੈ। ਇਹ ਕੈਸਾ ਕੌਤਕ ਹੈ ਇਤਿਹਾਸ ਦਾ। ਗੁਰੂ ਸਾਹਿਬ ਸੱਚੇ ਪਿਤਾ ਜੀ ਢਲੀ ਰਹਿਣ ਨੂੰ ਕਹਿੰਦੇ ਉਦੋਂ ਬੁੱਧ ਦਾ ਦਿਹਾੜਾ ਸੀ ਜਦੋਂ ਮੇਰੇ ਸੱਚੇ ਪਿਤਾ ਜੀ ਆਗਮਨ ਲੈਂਦੇ ਆ ਪਟਨੇ ਦੀ ਧਰਤੀ ਤੇ ਉੱਥੇ ਜਿੱਥੇ ਮਾਤਾ ਗੁਜਰੀ ਜੀ ਦਾ ਆਪਾਂ ਜ਼ਿਕਰ ਕਰਦੇ ਨਾ, ਸਤਿਗੁਰੂ ਜੀ ਦੇ ਇੱਕ ਮਾਂ ਜੀ ਨੇ ਨਾਨਕੀ ਜੀ, ਜਿਹੜੇ ਗੁਰੂ ਤੇਗ ਬਹਾਦਰ ਸੱਚੇ ਪਿਤਾ ਜੀ ਦੇ ਮਾਂ ਨੇ, ਉਹ ਵੀ ਮਹਾਰਾਜ ਜੀਆਂ ਦੇ ਨਾਲ ਨੇ। ਉਹਨਾਂ ਨੂੰ ਵੀ ਉਹ ਘਟਨਾਵਾਂ ਅੱਜ ਚੇਤੇ ਆ ਰਹੀਆਂ ਨੇ ਜੋ ਅਸੀਸਾਂ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਝੋਲੀ ਪਵਾਈਆਂ। ਆਓ ਫਿਰ ਸਤਿਗੁਰੂ ਜੀ ਦੀ ਉਹ ਕਥਾ ਕਿ ਅਬ ਮੈਂ ਆਪਣੀ ਕਥਾ ਬਖਾਨੋ ਤੋਂ ਅੱਜ ਦੀ ਲੜੀ ਆਰੰਭੀਏ। ਗੁਰੂ ਸਾਹਿਬ ਜੀ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ ਕੁਝ ਹਿੱਸਾ ਇਤਿਹਾਸ ਦਾ ਨਾਲ ਚੱਲਣਾ ਕਿ ਮਹਾਰਾਜ ਜੀ ਕਿਵੇਂ ਬਕਾਲੇ ਦੀ ਧਰਤੀ ਤੇ ਭਗਤੀ ਕਰਦੇ, ਮਾਖੋਵਾਲ ਤੋਂ ਸਤਿਗੁਰੂ ਸੱਚੇ ਪਿਤਾ ਆਨੰਦਪੁਰ ਸਾਹਿਬ ਵਸਾਉਂਦੇ, ਇੱਥੋਂ ਫਿਰ ਅਗਾਂਹ ਪੁਰਬ ਨੂੰ ਪਿਆਨਾ ਕਰਦੇ ਆ ਤੇ ਫਿਰ ਪਟਨਾ ਸਾਹਿਬ ਪਹੁੰਚਦੇ ਆ। ਸਤਿਗੁਰੂ ਸੱਚੇ ਪਿਤਾ ਜੀ ਆਪਣੀ ਬਾਣੀ 'ਚ ਕਹਿੰਦੇ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੋ। ਦੁਨੀਆ ਦੇ ਅੰਦਰ ਨਾ ਬਹੁਤ ਘੱਟ ਇਹੋ ਜਿਹੇ ਸੰਗਤ ਜੀ ਪੈਗੰਬਰ ਰਹਿਬਰ ਗੁਰੂ ਅਵਤਾਰ ਹੋਏ ਜਿਨ੍ਹਾਂ ਨੇ ਆਪਣੇ ਜੀਵਨ ਤੋਂ ਪਿਛਲੇ ਜੀਵਨ ਦੀ ਕਥਾ ਬਿਆਨ ਕੀਤੀ ਹੋਵੇ। ਹਾਂ, ਬਾਣੀ 'ਚ ਨਾ ਕਿਤੇ ਕਿਤੇ ਇਸ਼ਾਰਾ ਕੀਤਾ ਕਿ ਗੁਰੂ ਸਾਹਿਬ ਕਹਿੰਦੇ ਨੇ ਜਿੱਦਾਂ ਅਸੀਂ ਭਗਤ ਜੀ ਦਾ ਪੜ੍ਹਦੇ ਹਾਂ ਕਿ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਕਬੀਰ ਜੀ ਨੇ ਇਸ਼ਾਰਾ ਕੀਤਾ ਜਾਂ ਬਾਬਾ ਰਵਿਦਾਸ ਜੀ ਇਸ਼ਾਰਾ ਕਰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ। ਪਰ ਕੇਵਲ ਇਸ਼ਾਰਾ, ਗੁਰੂ ਸਾਹਿਬ ਨੇ ਇਸ਼ਾਰਾ ਨਹੀਂ ਕੀਤਾ, ਮਹਾਰਾਜ ਨੇ ਥਾਂ ਦੱਸੀ, ਉੱਥੇ ਕਿਹੜਾ ਨਾਂ ਸੀ ਮਹਾਰਾਜ ਨੇ ਉਹ ਵੀ ਦੱਸਿਆ ਤੇ ਗੁਰੂ ਸਾਹਿਬ ਨੇ ਕਿੰਨੀ ਪ੍ਰਚੰਡ ਭਗਤੀ ਕੀਤੀ ਉਹ ਵੀ ਦੱਸਿਆ। ਤੇ ਸਤਿਕਾਰ ਕਰਦੇ ਹਾਂ ਅੱਜ ਉਸ ਧਰਤੀ ਦਾ। ਆਪਾਂ ਉੱਥੋਂ ਲਾਈਵ ਟੈਲੀਕਾਸਟ ਚੱਲਦਾ ਹੇਮਕੁੰਟ ਸਾਹਿਬ ਤੋਂ। ਦੇਖੋ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਬਣ ਕੇ ਆਏ, ਪਰ ਮਹਾਰਾਜ ਨੇ ਆਪਣੀ ਬਾਣੀ 'ਚੋਂ ਜੋ ਆਪਣੀ ਭਗਤੀ ਦੀ ਥਾਂ ਦੱਸੀ, ਸਿੱਖ ਉਹਨੂੰ ਵੀ ਅੱਜ ਸਤਿਕਾਰ ਦੇ ਨਾਲ ਸਜਦਾ ਕਰਦਾ। ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਧ ਜਹ ਬਿਤ ਮੋਹਿ ਆਨੋ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ। ਹੇਮਕੁੰਟ ਦੇ ਪਰਥਾਏ ਮਹਾਰਾਜ ਕਹਿੰਦੇ 7 ਚੋਟੀਆਂ ਦਾ ਜਿੱਥੇ ਪਹਾੜ ਹੈ ਸਪਤ ਸ੍ਰਿੰਗ, ਉੱਥੇ ਅਸੀਂ ਕੀ ਕੀਤਾ, ਸਪਤ ਸ੍ਰਿੰਗ ਜੇ ਨਾਮ ਕਹਾਵਾ ਪੰਡ ਰਾਜ ਹੈ ਜੋ ਕਮਾਵਾ, ਤੈ ਹਮ ਅਨਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਗੁਰੂ ਸਾਹਿਬ ਕਹਿੰਦੇ ਉੱਥੇ ਆਪਾਂ ਮਹਾਕਾਲ ਉਸ ਪਰਮਾਤਮਾ ਦੀ ਰੱਜ ਕੇ ਬੰਦਗੀ ਕੀਤੀ, ਇੰਨੀ ਭਗਤੀ ਕੀਤੀ ਕਿ ਆਪ ਬਾਣੀ ਦੇ ਅੰਦਰ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ ਦਵੈ ਤੇ ਏਕ ਰੂਪ ਹੋਏ ਗਇਓ। ਕਹਿੰਦੇ ਮਹਾਰਾਜ ਸੱਚੇ ਪਿਤਾ ਸਰੀਰ ਕਰਕੇ ਅਸੀਂ ਅੱਡ ਭਾਸਦੇ ਸਾਂ, ਪਰ ਅੰਦਰ ਜੋਤ ਕਰਕੇ ਆਤਮਾ ਕਰਕੇ ਆਪਾਂ ਇੱਕ ਹੋ ਚੁੱਕੇ ਸੀ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਗੁਰੂ ਸਾਹਿਬ ਜੀ ਕਹਿੰਦੇ ਚੇਤਨਾ ਪਇਓ ਹਮਰੋ ਆਵਨ ਕਹਿ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਸਾਡਾ ਇਸ ਦੁਨੀਆ ਤੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਕਿਉਂਕਿ ਕੌਣ ਚਾਹੁੰਦਾ ਸੀ ਇੰਨੇ ਸੰਸਾਰ ਦੇ ਝਵੇਲਿਆਂ ਨੂੰ ਆਪਣੇ ਕੋਲ ਲਵੇ। ਕਹਿੰਦੇ ਸੀ ਬੜੇ ਆਨੰਦ 'ਚ ਟਿਕੇ ਸਾਂ। ਉੱਥੇ ਤਿੰਨ ਪ੍ਰਭ ਜਬ ਆਏ ਸਮੋਏ ਦੀਆ ਤਬ ਹਮ ਜਨਮ ਕਲੂ ਮੈਂ ਲਿਆ। ਕਹਿੰਦੇ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਇਹ ਹੁਕਮ ਕੀਤਾ ਕਿ ਤੁਸੀਂ ਜਾਣਾ ਮਾਤ ਲੋਕ ਵਿੱਚ। ਫਿਰ ਅਸੀਂ ਇਸ ਕਲਯੁਗ ਦੇ ਵਿੱਚ ਆ ਕੇ ਜਨਮ ਲਿਆ। ਤੇ ਉਹ ਕਿਹੜੇ ਬਚਨ ਸੀ ਜਿਹੜੇ ਗੁਰੂ ਸਾਹਿਬ ਜੀ ਨੂੰ ਕੀਤੇ ਪਰਮਾਤਮਾ ਨੇ। ਤੇ ਸੰਗਤ ਜੀ ਮਹਾਰਾਜ ਕਹਿੰਦੇ ਨੇ ਮੈਂ ਆਪਣਾ ਸੁੱਤ ਤੋਹੇ ਨਵਾਜਾ। ਵੇਖੋ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਪਰ ਇਹ ਸਤਿਗੁਰੂ ਜੀ ਪਰਮਾਤਮਾ ਵੱਲੋਂ ਕਹਿ ਰਹੇ ਕਿ ਵਾਹਿਗੁਰੂ ਜੀ ਮੈਨੂੰ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਨਵਾਜ ਕੇ ਇਸ ਧਰਤੀ ਤੇ ਭੇਜ ਰਿਹਾ। ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪਰਚੁਰ ਕਰਵੇ ਕੋ ਸਾਜਾ। ਤੇ ਕਾਹਦੇ ਲਈ ਭੇਜਣ ਲੱਗੇ ਆ, ਪੰਥ ਦੇ ਪ੍ਰਚਾਰ ਦੇ ਖਾਤਰ, ਇੱਕ ਖਾਲਸੇ ਨੂੰ ਸਾਜਣ ਦੇ ਖਾਤਰ। ਤੇ ਸੱਚ ਐਵੇਂ ਦੁਨੀਆ ਦੇ ਅੰਦਰੋਂ ਉਹ ਮਨੁੱਖ ਨੂੰ ਆਦਰਸ਼ ਨੂੰ ਘੜ ਦੇਣਾ ਜਿਹੜਾ ਮਨੁੱਖ ਹਰ ਇੱਕ ਕਰਮ ਕਾਂਡ ਵਹਿਮ ਭਰਮ ਤੋਂ ਉੱਪਰ ਉੱਠ ਕੇ ਇੱਕ ਅਕਾਲ ਦਾ ਪੁਜਾਰੀ ਹੋਵੇ। ਪੰਥ ਪਰਚੁਰ ਪਰਵੇ ਕਰਵੇ ਕੋ ਸਾਜਾ। ਤੇ ਗੁਰੂ ਸਾਹਿਬ ਕਹਿੰਦੇ ਮੈਨੂੰ ਰੱਬ ਜੀ ਨੇ ਹੁਕਮ ਕੀਤਾ ਜਹਾਂ ਤਹਾਂ ਤੈ ਧਰਮ ਚਲਾਏ
ਕੁਬੁੱਧ ਕਰਨ ਤੇ ਲੋਕ ਹਟਾਏ। ਕਿ ਜਿੱਥੇ ਵੀ ਤੁਸੀਂ ਉਸ ਵਾਹਿਗੁਰੂ ਜੀ ਦੇ ਧਰਮ ਦੀ ਗੱਲ ਕਰੋ, ਉੱਥੇ ਕੁਬੁੱਧ ਭੈੜੀ ਬੁੱਧੀ ਵਾਲੇ ਜ਼ੁਲਮ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਸੱਚੇ ਪਿਤਾ ਜੀ ਕਹਿੰਦੇ, ਵਾਹਿਗੁਰੂ ਨੇ ਕਿਹਾ ਸੋਧਾ ਵੀ ਲਾਓ ਜਾ ਕੇ, ਉਹਨਾਂ ਨੂੰ ਜ਼ਰੂਰ ਤੁਸੀਂ ਮਤ ਬਖਸ਼ੋ। ਇਹ ਫਿਰ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹੋਈ ਨਾ ਸਾਧ ਸੰਗਤ, ਤੇ ਸੱਚੇ ਪਿਤਾ ਮਹਾਰਾਜ ਨੇ ਕਿਹਾ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ। ਕਹਿੰਦੇ ਮੈਂ ਫਿਰ ਖੜੋ ਗਿਆ ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਦੇ ਅੱਗੇ, ਖਲੋ ਕੇ ਮੈਂ ਸਿਰ ਝੁਕਾ ਦਿੱਤਾ। ਤੇ ਸਿਰ ਝੁਕਾ ਕੇ ਇੱਕ ਰੱਬ ਜੀ ਨੂੰ ਗੱਲ ਕਹੀ, ਠਾਂਡ ਭਇਓ ਮੈਂ ਜੋਰ ਕਰ। ਠਾਂਡ ਦਾ ਭਾਵੇਂ ਖਲੋ ਕੇ ਹੱਥ ਜੋੜ ਲਏ, ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਪ੍ਰਮਾਤਮਾ ਮੈਂ ਜਾਵਾਂਗਾ ਜ਼ਰੂਰ, ਜੇ ਤੁਸੀਂ ਕਹਿ ਕੇ ਭੇਜ ਰਹੇ ਹੋ ਤੁਹਾਡੇ ਹੁਕਮ ਨੂੰ ਮੰਨਾਂਗਾ, ਪਰ ਜਿਸ ਪੰਥ ਦੀ ਤੁਸੀਂ ਗੱਲ ਕਰਦੇ ਹੋ ਚੱਲਣਾ ਤਾਂ ਹੈ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ, ਕਹਿੰਦੇ ਫਿਰ ਮੇਰੇ ਵਾਹਿਗੁਰੂ ਜੀ ਨੇ ਮੇਰੇ ਤੇ ਅਸੀਸਾਂ ਭਰਿਆ ਹੱਥ ਰੱਖਿਆ, ਜਿਮ ਤਿੰਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਸੇ ਬੈਰ ਨਾ ਗਇਓ। ਮਹਾਰਾਜ ਕਹਿੰਦੇ ਜੋ ਕੁਝ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਕਿਹਾ ਮੈਂ ਉਹੀ ਕੁਝ ਆ ਕੇ ਦੁਨੀਆ ਤੇ ਕਹਿ ਰਿਹਾ, ਮੇਰਾ ਕਿਸੇ ਨਾਲ ਦਿਲੋਂ ਜਾਤੀ ਵੈਰ ਨਹੀਂ। ਤੇ ਇੱਕ ਗੱਲ ਹੋਰ ਮਹਾਰਾਜ ਨੇ ਕਹੀ ਸੀ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰੈ। ਮਹਾਰਾਜ ਸੱਚੇ ਪਿਤਾ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਜਾਮੈ ਭੇਦ ਨਾ ਰੰਚ ਪਛਾਨੋ। ਗੁਰੂ ਸਾਹਿਬ ਜੀ ਜਿੱਥੇ ਇਹ ਕਹਿੰਦੇ ਮੈਨੂੰ ਰੱਬ ਨਾਲ ਤੋਲਿਓ ਨਾ, ਪਰ ਸੰਗਤ ਜੀ ਇਹ ਗੁਰੂ ਜੀ ਦੀ ਨਿਮਰਤਾ ਹੈ। ਜਿਵੇਂ ਗੁਰੂ ਨਾਨਕ ਜੀ ਦੀ ਨਿਮਰਤਾ ਅਸੀਂ ਬਾਣੀ 'ਚ ਵੇਖਦੇ ਹਾਂ, ਪਰ ਸੱਚੇ ਪਿਤਾ ਜੋ ਤੂੰ ਪੂਰਨੇ ਧਰਤੀ ਤੇ ਪਾ ਗਿਆ, ਤੈਨੂੰ ਰੱਬ ਨਾ ਕਹੀਏ ਤੇ ਕੀ ਕਹੀਏ। ਸੱਚੇ ਪਿਤਾ ਜੋ ਤੂੰ ਇਸ ਧਰਤੀ ਤੇ ਆ ਕੇ 42 ਵਰਿਆਂ 'ਚ ਕਰ ਗਿਆ, ਨਾ ਕੋਈ ਕਰ ਸਕਦਾ, ਨਾ ਕਿਸੇ ਕੀਤਾ, ਤੇ ਨਾ ਆਉਣ ਵਾਲੇ ਸਮੇਂ 'ਚ ਇਦਾਂ ਹੋਵੇਗਾ। ਇੱਕ ਅਦੀਬ ਦੀਆਂ 2 ਨਜ਼ਮਾਂ ਨੇ, ਉਹਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਜਿਹਦੇ ਹੱਥ ਚਿੱਟਾ ਬਾਜ, ਜਿਹਦੇ ਥੱਲੇ ਨੀਲਾ ਘੋੜਾ ਏ, ਉਹਦੀ ਪਰਵਾਜ਼ ਬੜੀ ਲੰਮੀ ਪਰ ਉਹਦਾ ਸਮਾਂ ਬੜਾ ਥੋੜਾ ਏ। ਕਹਿੰਦੇ ਉਹ ਦੁਨੀਆ ਦੇ ਲੋਗੋ ਜਿਹਦੇ ਹੱਥ 'ਚ ਚਿੱਟਾ ਬਾਜ ਸ਼ੋਭਦਾ ਏ, ਜਿਹਦੇ ਥੱਲੇ ਨੀਲਾ ਘੋੜਾ ਸ਼ੋਭਦਾ ਏ, ਉਹਦੀਆਂ ਬਹੁਤ ਵੱਡੇ ਉਹਦੇ ਪੈਂਡੇ ਨੇ, ਪਰ ਸਰੀਰ ਕਰਕੇ ਸਮਾਂ ਬਹੁਤ ਉਹਦੇ ਕੋਲ ਥੋੜਾ ਹੈ। ਇਸੇ ਕਰਕੇ ਦੁਨੀਆ ਦੇ ਅੰਦਰ ਜਿਸ ਉਮਰ 'ਚ ਪੈਗੰਬਰਾਂ ਨੂੰ ਸੰਗਤ ਜੀ ਇਲਹਾਮ ਹੋਇਆ ਸੀ ਨਾ, ਹਜ਼ਰਤ ਮੁਹੰਮਦ ਜੀ ਨੂੰ 40 ਵਰੇ 'ਚ ਜਾ ਕੇ ਇਲਹਾਮ ਹੋਇਆ ਕਿ ਤੁਸੀਂ ਧਰਮ ਦਾ ਪ੍ਰਚਾਰ ਕਰੋ। ਮਹਾਤਮਾ ਬੁੱਧ ਜੀ ਨੂੰ ਜਾ ਕੇ ਵੱਡੀ ਉਮਰ 'ਚ ਇਲਹਾਮ ਹੋਇਆ, ਪਰ ਗੁਰੂ ਗੋਬਿੰਦ ਸਿੰਘ ਜਿਸ ਉਮਰ 'ਚ ਲੋਕਾਂ ਨੂੰ ਇਲਹਾਮ ਹੋਏ, ਤੁਸੀਂ ਉਸ ਉਮਰ 'ਚ ਖਾਲਸਾ ਵੀ ਸਾਜਤਾ, ਸਾਰੇ ਕੌਤਕ ਵੀ ਕਰ ਲਏ, ਤੇ ਦੁਨੀਆ ਦੇ ਅੰਦਰ ਇਹ ਕਹਿ ਰਹੇ ਸੀ ਅਤ ਹੀਰਨ ਮੈਂ ਤਬ ਜੂਝ ਮਰੂ, ਭਾਵ ਕਿ ਮਰਨ ਦੀਆਂ ਗੱਲਾਂ ਵੀ ਸ਼ੁਰੂ ਕਰਤੀਆਂ। ਸਤਿਗੁਰੂ ਪਿਤਾ ਜੀ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨੋ। ਗੁਰੂ ਸਾਹਿਬ ਕਹਿੰਦੇ ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਦੁਨੀਆ ਵਿੱਚ ਸੱਚ ਮਹਾਰਾਜ ਜੀ ਤੁਸੀਂ ਤਮਾਸ਼ਾ ਜਾਣ ਕੇ ਹੀ ਇਹ ਸਾਰੇ ਕੌਤਕ ਕੀਤੇ ਨੇ। ਤੇ ਗੁਰੂ ਸਾਹਿਬ ਸੱਚੇ ਪਿਤਾ ਜੀ ਜਦੋਂ ਅਸੀਂ ਇਹ ਬਚਨ ਇਹਨਾਂ ਦੇ ਲਏ, ਅਸੀਂ ਪਹਿਲੀ ਪੌੜੀ ਪੜ੍ਹੀ ਸੀ, अब मैं अपनी कथा बखानो तब साधत जह विद मोहे आनो, हेमकुंट पर्वत है जहाँ सपत श्रृंग शोभत है, तहाँ सपत श्रृंग जय नाम कहावा, पंड राज जय जो कमावा, तय हम अनक तपस्या साधी, महाकाल काल का आराधी, इन विद कर तपस्या भयो, दवै ते एक रूप होए गयो। ਅੱਗੇ ਕੁਝ ਸਤਰਾਂ ਨੇ ਜਿਹੜੀਆਂ ਕੱਲ ਵੀ ਵਿਚਾਰੀਆਂ ਇੱਥੇ ਲੜੀ ਜੋੜਨ ਲਈ ਕਿ ਤਾਤ ਮਾਤ ਮੁਰ ਅਲਖ ਅਰਾਦਾ, ਬਹੁ ਵਿਦ ਜੋਗ ਸਾਧਨਾ ਸਾਦਾ। ਵੇਖੋ ਜਿਹੜੇ ਰੋਜ਼ ਦੇ ਸਤਸੰਗੀ ਨੇ ਜ਼ਰੂਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਚੇਤੇ ਹੋਵੇਗਾ। ਸਾਧ ਸੰਗਤ ਹੁਣ ਇੱਥੇ ਥੋੜੀ ਜੀ ਝਾਤ ਮਾਰਿਓ, ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋ ਚੁੱਕਾ ਹੈ। ਮਾਤ ਗੁਜਰੀ ਜੀ ਸੱਚੇ ਪਿਤਾ ਜੀ ਜੋ ਪਿੱਛੋਂ ਕਰਤਾਰਪੁਰ ਤੋਂ ਜਲੰਧਰ ਦੇ ਨੇੜੇ ਜਿਹੜਾ ਉਥੋਂ ਦੇ ਵਸਨੀਕ ਨੇ, ਜੱਦੀ ਪਿੰਡ ਇਹਨਾਂ ਦਾ ਲਖਨੌਰ ਹੈ। ਕਹਿੰਦੇ ਮਾਤਾ ਨਾਨਕੀ ਜੀ ਇਹ ਉਹ ਮਾਤਾ ਨਾਨਕੀ ਨੇ ਜਿਹੜੇ ਗੁਰੂ ਹਰਗੋਬਿੰਦ ਪਿਤਾ ਜੀਆਂ ਦੇ ਗੁਰਮਹਿਲ ਸੁਪਤਨੀ ਨੇ, ਤੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨੇ, ਕਿਉਂਕਿ ਗੁਰੂ ਸਾਹਿਬ ਦੇ 3 ਵਿਆਹ ਹੋਏ ਸੀ ਛੇਵੇਂ ਪਿਤਾ ਦੇ, ਤੇ ਮਾਤਾ ਨਾਨਕੀ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੇ ਬਾਬਾ ਅਟਲ ਜੀ, ਇਹ 2 ਸਕੇ ਭਰਾ ਅਸੀਂ ਕਹਿ ਲਈਏ ਕਿ ਜੋ ਇੱਕ ਕੁੱਖ ਤੋਂ ਜਨਮ ਲੈਂਦੇ। ਸੱਚੇ ਪਿਤਾ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਨੇ। ਇੱਥੇ ਨਾ ਇਤਿਹਾਸ 'ਚ ਇੱਕ ਵਿਚਿੱਤਰ ਗੱਲ ਇਹ ਹੋਈ ਕਿ ਗੁਰੂ
ਸੱਚੇ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਨੇ ਗੁਰਤਾ ਗੱਦੀ ਅਗਾਂਹ ਆਪਣੇ ਕਿਸੇ ਪੁੱਤਰ ਨੂੰ ਨਹੀਂ ਦਿੱਤੀ। 5 ਪੁੱਤਰਾਂ ਚੋਂ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ। ਦੇਖੋ ਇਹ ਥੋੜਾ ਜਿਹਾ ਪੰਛੀ ਝਾਤ ਮਾਰਨੇ ਪੈਣੀ ਹੈ। ਤੇ ਮਹਾਰਾਜ ਸੱਚੇ ਪਿਤਾ ਨੇ ਜਦੋਂ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਅਗਾਂਹ ਪੁੱਤਰ ਗੁਰੂ ਹਰਿ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਨਾ ਜੀ, ਤੇ ਮਾਤਾ ਨਾਨਕੀ ਜੀ ਚੱਲ ਕੇ ਆਏ ਗੁਰੂ ਸਾਹਿਬ ਜੀ ਕੋਲ। ਕਹਿਣ ਲੱਗੇ ਸਾਨੂੰ ਲਾਲਚ ਨਹੀਂ ਤੇ ਗਿਲਾ ਵੀ ਨਹੀਂ ਕਿ ਤੁਸੀਂ ਗੁਰਤਾ ਗੱਦੀ ਪੋਤਰੇ ਨੂੰ ਦੇਤੀ ਆ ਸਾਨੂੰ, ਪਰ ਇੱਕ ਫਿਕਰ ਜ਼ਰੂਰ ਹੈ, ਕਿਉਂਕਿ ਮਾਂ ਹੈ ਨਾ ਸਾਧ ਸੰਗਤ ਜੀ, ਤੇ ਇਹ ਫਿਕਰ ਹੁੰਦਾ ਆਪਣੇ ਬੱਚਿਆਂ ਦਾ, ਅਗਾਂਹ ਆਪਣੇ ਪੋਤਰਿਆਂ ਦਾ। ਮਾਂ ਨਾਨਕੀ ਜੀ ਕਹਿਣ ਲੱਗੇ ਸਾਨੂੰ ਫਿਕਰ ਇਸ ਗੱਲ ਦਾ ਸਤਾਉਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਕਿਸੇ ਨੂੰ ਬੁਲਾਉਂਦੇ ਨਹੀਂ ਸੀ ਹੁੰਦੇ ਜ਼ਿਆਦਾ, ਕਿਉਂਕਿ ਮੇਲ ਜੋਲ ਨਹੀਂ ਰੱਖਣਾ ਮਸੰਦਾਂ ਨਾਲ, ਸੰਗਤ ਨਾਲ, ਕੇਵਲ ਰੱਬ ਦੀ ਭਗਤੀ ਤੇ ਪ੍ਰਮਾਤਮਾ ਦੇ ਭਰੋਸੇ ਆਪਣੀ ਜ਼ਿੰਦਗੀ ਬਸਰ ਕਰਨੀ। ਕਹਿੰਦੇ ਮੇਰੇ ਪੁੱਤ ਦਾ ਕੀ ਬਣੂਗਾ, ਮਾਂ ਨੇ ਕਿਹਾ। ਤੇ ਇਹ ਕੀਰਤਪੁਰ ਸਾਹਿਬ ਦੀ ਘਟਨਾ ਸੀ। ਸੱਚੇ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਨਾਨਕੀਏ ਐਵੇਂ ਫਿਕਰ ਝੋਰੇ ਨਾ ਕਰੀ, ਇੱਕ ਸਮਾਂ ਆਊਗਾ ਤੇਰਾ ਪੁੱਤ ਵੀ ਗੁਰਤਾ ਗੱਦੀ ਤੇ ਬੈਠੇਗਾ ਤੇ ਤੇਰੇ ਘਰੇ ਉਹ ਪੋਤਰਾ ਪੈਦਾ ਹੋਣਾ ਹੈ, ਸੱਚ ਵੀ ਉਹਨੇ ਉਹ ਕੁਝ ਕਰ ਜਾਣਾ ਰਹਿੰਦੀ ਦੁਨੀਆ ਤਾਂ ਕਿਸੇ ਕੀਤਾ ਨਹੀਂ ਹੋਵੇਗਾ। ਇਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਕਈ ਸਾਲ ਪਹਿਲਾਂ ਗੱਲ ਮਾਰਚ ਕਰ ਗਏ, ਕਈ ਦਹਾਕੇ ਕਹਿ ਲੋ। ਤੇ ਗੁਰੂ ਸਾਹਿਬ ਸੱਚੇ ਪਿਤਾ ਫਿਰ ਇਥੋਂ 3 ਬਖਸ਼ਿਸ਼ਾਂ ਦੇ ਕੇ ਆਪਣੇ ਕਟਾਰ ਦਿੰਦੇ ਆ, ਰੁਮਾਲ ਦਿੰਦੇ ਆ ਤੇ ਪੋਥੀ ਦਿੰਦੇ ਆ। ਇਹ ਦੇ ਕੇ ਸਤਿਗੁਰੂ ਜੀ ਬਕਾਲੇ ਦੀ ਧਰਤੀ ਭੇਜ ਦਿੰਦੇ ਆ ਮਾਤਾ ਗੁਜਰੀ ਜੀ ਨੂੰ, ਗੁਰੂ ਤੇਗ ਬਹਾਦਰ ਤੇ ਨਾਨਕੀ ਜੀ ਨੂੰ, ਤੇ ਤੁਸੀਂ ਉੱਥੇ ਜਾ ਕੇ ਸਮਾਂ ਗੁਜ਼ਾਰੋ। ਇੱਧਰ ਗੱਦੀ ਸਤਵੇਂ ਪਿਤਾ ਕੋਲ ਆਉਂਦੀ ਆ। ਹੁਣ ਸੰਗਤ ਇੱਥੇ ਇਤਿਹਾਸ ਕਹਿੰਦਾ ਮਹਾਰਾਜ ਜੀ 26 ਸਾਲ ਤੋਂ ਵੀ ਵੱਧ ਬਕਾਲੇ ਦੀ ਧਰਤੀ ਨੂੰ ਨਵਾਜਿਆ, ਇੱਥੇ ਨਾਮ ਵੀ ਜਪਿਆ ਤੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਇੱਥੇ ਗੁਰੂ ਸਾਹਿਬ ਸੱਚੇ ਪਿਤਾ ਭਾਈ ਮਿਹਰ ਜੀਆਂ ਦੇ ਘਰ ਗਏ, ਉਹ ਘਰ ਜਿੱਥੇ ਕਿਤੇ ਗੁਰੂ ਹਰਗੋਬਿੰਦ ਪਿਤਾ ਜੀ ਨੇ ਕਦੇ ਬਚਨ ਕੀਤੇ ਸੀ ਜਦੋਂ ਆਪਣੇ ਮਾਂ ਜੀ ਗੰਗਾ ਜੀ ਦਾ ਸੰਸਕਾਰ ਕੀਤਾ ਕਿ ਰੁਕਾਂਗੇ ਜ਼ਰੂਰ ਤੇਰੇ ਘਰ, ਪਰ ਕਿਸੇ ਹੋਰ ਆਵਾਂਗੇ ਜਾਮੇ ਦੇ ਅੰਦਰ ਤੇ ਕਈ ਸਾਲ ਇੱਥੇ ਰੁਕੇ ਜਾਵਾਂਗੇ। ਉਹ ਘਰ ਸੀ ਫਿਰ ਭਾਈ ਮਿਹਰ ਜੀ ਦਾ। ਹੁਣ ਇੱਥੇ ਸਤਿਗੁਰੂ ਜੀ ਨੇ ਰੱਜ ਕੇ ਬੰਦਗੀ ਕੀਤੀ। ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਆ ਗੁਰੂ ਦੀ ਆਰਾਧਨਾ ਤੇ ਗੁਰੂ ਦੀ ਸਾਧਨਾ ਨੇ ਉਹ ਰੁਮਾਲ ਨੂੰ ਹਿੰਦ ਦੀ ਚਾਦਰ ਬਣਾ ਦਿੱਤਾ ਤੇ ਇੱਕ ਦਿਨ ਹਿੰਦ ਦੀ ਪੱਤ ਢੱਕੀ ਗੁਰੂ ਸਾਹਿਬ ਜੀ ਨੇ। ਉਸ ਪੋਥੀ ਦਾ ਅਭਿਆਸ ਮਾਤ ਗੁਜਰੀ ਨੇ ਇੰਨਾ ਕੀਤਾ ਕਿ ਸੱਚ ਐਵੇਂ ਉਸ ਕੁੱਖ ਨੂੰ ਫਿਰ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਵਰਗੇ ਜਿਹੜੇ ਸੀ ਉਹ ਗੁਰੂ ਸਾਹਿਬ ਦੇ ਭਾਗ ਲੱਗੇ। ਤੀਜੀ ਸੀ ਕਿ ਜੋ ਕਟਾਰ ਦਿੱਤੀ, ਕਹਿੰਦੇ ਉਹ ਕਟਾਰ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਹੱਥ 'ਚ ਸ਼ਮਸ਼ੀਰ ਬਣੀ। ਤੇ ਇੱਕ ਅਦੀਬ ਦੀ ਇੱਥੇ ਗੱਲ ਕਹਿ ਦੇਣਾ ਕਿ ਜਿਹੜੀ ਦੁਨੀਆ ਅੱਗੇ ਤਕਦੀਰਾਂ ਦੇ ਅੱਗੇ ਝੁਕ ਜਾਂਦੀ ਸੀ ਕਿ ਮਨਾ ਸਾਡੀ ਤੇ ਕਿਸਮਤ 'ਚ ਹੀ ਆ ਕੁਝ, ਸਾਡੀ ਤੇ ਕਿਸਮਤ 'ਚ ਹੀ ਗੁਲਾਮੀ ਲਿਖੀ ਹੈ ਜਰਵਾਣਿਆਂ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਹੇ, ਕਹਿੰਦੇ ਜੋ ਅੱਗੇ ਲੋग जो दुनिया झुकती थी तकदीर के आगे, अब तकदीर भी झुकेगी मेरी शमशीर के आगे। महाराज ने ताही ते गाया सी काल तू ही काली तू ही तबक अर तीर। कहते हो दुनिया दे लोगो यही काली आ, यही काल है, होर किसी ने आके नहीं इत्थे तानू बचाने। सतगुरु सच्चे पिता महाराज जी ਜਦੋਂ ਇੱਥੇ ਬੰਦਗੀ ਕਰਦੇ ਨੇ ਗੁਰਤਾ ਗੱਦੀ ਨੂੰ ਪਾਉਂਦੇ ਆ। ਸੰਗਤ ਜੀ ਇੱਥੋਂ ਪਿਆਨਾ ਕਰਦੇ ਆ। ਵੇਖੋ ਵੱਖ-ਵੱਖ ਪੜਾਵਾਂ ਤੋਂ ਅਸੀਂ ਮਾਖੋਵਾਲ ਪਹੁੰਚੀਏ। ਇੱਥੇ ਗੁਰੂ ਸਾਹਿਬ ਜੀ ਉਸ ਸਮੇਂ ਚੰਪਾ ਰਾਣੀ ਤੋਂ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਪਿਤਾ ਨੇ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਾਇਆ ਸੀ। ਅਗਾਂਹ ਉਹਦਾ ਪੁੱਤਰ ਸੀ ਦੀਪ ਚੰਦ, ਜਿਹਦੀ ਮੌਤ ਹੋ ਚੁੱਕੀ ਸੀ ਤੇ ਉਹਦੇ ਮਰਨੇ ਤੇ ਸੱਚੇ ਪਿਤਾ ਜੀ ਉਹਨਾਂ ਦੀ ਰਾਣੀ ਦੇ ਕਹਿਣ ਤੇ ਇਹਨਾਂ ਦੇ ਘਰ ਗਏ। ਉਹਦੇ ਅਗਾਂਹ ਫਿਰ ਭੀਮ ਚੰਦ ਤੇ ਜਮੇਰ ਚੰਦ, ਚਲੋ ਇਹ ਗੁਰੂ ਸਾਹਿਬ ਦੇ ਵਿਰੋਧੀ ਰਹੇ। ਇਹਨਾਂ ਨੇ ਡਿਮਾਂਡ ਰੱਖੀ ਮਹਾਰਾਜ ਜੀ ਸਾਡੇ ਜਿਹੜੇ ਨੇ ਉਹ ਪਤੀ ਜਿਹੜੇ ਚਾਲੇ ਪਾ ਚੁੱਕੇ ਨੇ ਦੀਪ ਚੰਦ, ਸਾਨੂੰ ਹੋਰ ਰਿਆਸਤਾਂ ਦਾ ਡਰ ਏ, ਤੁਸੀਂ ਕਿੰਨਾ ਚੰਗਾ ਹੋਵੇ ਸਾਡੇ ਲਾਗੇ ਕਿਤੇ ਵਸ ਜਾਓ, ਇਹ ਸਾਰਾ ਇਲਾਕਾ ਆਪਣਾ, ਤੁਸੀਂ ਜਿੱਥੇ ਮਰਜ਼ੀ ਥਾਂ ਲੈ ਲਓ। ਪਰ ਮਹਾਰਾਜ ਨੇ ਨਾ ਦੂਰ ਅੰਦੇਸ਼ੀ ਰੱਖੀ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਅੱਜ ਜੇ ਇਹ ਭਾਵਨਾ 'ਚ ਵਹਿ ਕੇ ਸਾਨੂੰ ਫਰੀ ਜ਼ਮੀਨ ਦੇ ਦੇਣ, ਅਸੀਂ ਉੱਥੇ ਕੋਈ ਗੁਰੂ ਘਰ ਆਪਣਾ ਘਰ ਬਣਾ ਲਈਏ, ਹੋ ਸਕਦਾ ਇਹਨਾਂ ਦੀਆਂ ਪੀੜ੍ਹੀਆਂ ਕੱਲ ਨੂੰ ਆ ਕੇ ਦਾਅਵਾ ਰੱਖਣ ਕਿ ਉੱਠ ਜੋ ਇਹ ਤੇ ਸਾਡੀ ਜੱਦੀ ਜ਼ਮੀਨ ਹੈ। ਤੇ ਇਦਾਂ ਹੋਇਆ ਵੀ ਇਤਿਹਾਸ 'ਚ। ਮਹਾਰਾਜ ਕਹਿੰਦੇ ਹਾਂ ਵਸਾਂਗੇ ਜ਼ਰੂਰ, ਕਿਉਂਕਿ ਇੱਥੇ 3 ਗੱਲਾਂ ਧਿਆਨ ਰੱਖਿਓ। ਇੱਕ ਤੇ ਸ਼ਿਵਾਲਿਕ ਪਹਾੜੀਆਂ ਸੀ, ਦੂਜਾ ਸਤਲੁਜਾ ਬਹਿਣ ਸੀ, ਤੀਜਾ ਮਹਾਰਾਜ ਕਹਿੰਦੇ ਹਾਂ ਕੀਰਤਪੁਰ ਸਾਹਿਬ ਨਹੀਂ ਰੁਕਣਾ।
ਇੱਥੇ ਰੁਕਾਂਗੇ ਪਰ ਆਪਣੇ ਪੈਸਿਆਂ ਦੀ ਜ਼ਮੀਨ ਖਰੀਦ ਕੇ। ਕਿਉਂ? ਕਿਉਂਕਿ ਇਸ ਧਰਤੀ ਤੇ ਉਸ ਖਾਲਸੇ ਨੂੰ ਸਾਜਣਾ ਹੈ ਜਿਸ ਖਾਲਸੇ ਦਾ ਸੰਬੰਧ ਸਿੱਧਾ ਪ੍ਰਮਾਤਮਾ ਨਾਲ ਹੋਵੇ। ਤੇ ਇਹ ਨਹੀਂ ਕਿ ਜਿਸ ਧਰਤੀ ਤੇ ਖਾਲਸੇ ਨੂੰ ਸਾਜਣਾ ਉਹ ਧਰਤੀ ਕਿਸੇ ਦੀ ਜੱਦੀ ਜ਼ਮੀਨ ਹੋਵੇ। ਮਹਾਰਾਜ ਨੇ ਉਸ ਸਮੇਂ ਦਾ 2200 ਰੁਪਇਆ ਦੇ ਕੇ 3-4 ਪਿੰਡਾਂ ਦੀ ਸਾਂਝੀ ਜ਼ਮੀਨ ਖਰੀਦੀ। ਇਹ ਵੀ ਮੰਨਿਆ ਜਾਂਦਾ ਹੈ ਜੀ। ਇੱਥੇ 2 ਦੈਂਤਾਂ ਦੀ ਗੱਲ ਕਰੀ ਜਾਂਦੀ ਹੈ। ਮੈਂ ਪਿਛਲੇ ਦਿਨ ਇਤਿਹਾਸ ਹੋਰ ਇਹਦਾ ਥੋੜਾ ਜਿਹਾ ਜਦੋਂ ਘੋਖਿਆ ਗੁਰੂ ਕੀਆਂ ਸਾਖੀਆਂ 'ਚ, ਜਿੱਥੇ ਮਾਖੋ ਦੈਨ ਦੀ ਗੱਲ ਚੱਲਦੀ ਉੱਥੇ ਇੱਕ ਮਾਟੋ ਦੈਨ ਦੀ ਵੀ ਗੱਲ ਚੱਲਦੀ ਆ। ਕਹਿੰਦੇ ਆ ਇਹ ਲੋਕਾਂ ਨੂੰ ਬੜੇ ਤਸੀਹੇ ਦਿੰਦੇ ਰਹੇ ਤੇ ਇਹਨਾਂ ਨੂੰ ਦੈਂਤ ਕਿਹਾ, ਇਹਨਾਂ ਦੀਆਂ ਰੂਹਾਂ ਉੱਥੇ ਭਟਕਦੀਆਂ ਰਹੀਆਂ। ਖੈਰ ਇੱਥੇ ਮਹਾਰਾਜ ਸੱਚੇ ਪਿਤਾ ਜੀ, ਸੰਗਤ ਜੀ, ਧੰਨ ਬਾਬਾ ਬੁੱਢਾ ਜੀਆਂ ਦੀ ਕੁਲ ਚੋਂ ਬਾਬਾ ਗੁਰਦਿੱਤਾ ਜੀ ਤੋਂ ਇਸ ਨਗਰ ਦਾ ਟੱਕ ਲਵਾਉਂਦੇ ਆ। ਨਗਰ ਦੀ ਆਰੰਭਤਾ ਹੁੰਦੀ ਆ। ਇਸ ਨਗਰ ਦਾ ਨਾਮ ਆਪਣੇ ਮਾਂ ਜੀ ਦੇ ਨਾਮ ਤੋਂ ਚੱਕ ਨਾਨਕੀ ਰੱਖਿਆ ਜਾਂਦਾ, ਆਨੰਦਪੁਰ ਸਾਹਿਬ ਨਹੀਂ ਪਿਆ। ਇੱਥੇ ਹੁਣ ਸਤਿਗੁਰੂ ਜੀ ਕੁਝ ਸਮਾਂ ਰੁਕੇ, ਕੁਝ ਘਰ ਉਸਰੇ, ਗੁਰੂ ਘਰ ਉਸਰੇ। ਇੱਥੋਂ ਫਿਰ ਇੱਕ ਗੱਲ ਹੋਰ ਧਿਆਨ 'ਚ ਰੱਖਣੀ ਆ, ਜਦੋਂ ਬਨਾਰਸ, ਖਾਸ ਕਰਕੇ ਬਨਾਰਸ ਗਿਆ ਤੇ ਫਿਰ ਕਾਂਸੀ ਕਹਿ ਲੋ, ਇਧਰ ਕੁਰਸ਼ੇਤਰ, ਇਹ ਜਿੰਨੇ ਵੀ ਹਿੰਦੂਆਂ ਦੇ ਬੜੇ ਮੰਨੇ ਪਰਮੰਨੇ ਇਤਿਹਾਸਕ ਇਹਨਾਂ ਦੇ ਥਾਂ ਮੰਨੇ ਜਾਂਦੇ ਨਾ ਜੀ, ਸਭ ਤੋਂ ਪਹਿਲਾ ਅਟੈਕ ਔਰੰਗਜ਼ੇਬ ਨੇ ਇਹਨਾਂ ਦੇ ਧਾਰਮਿਕ ਸਥਾਨਾਂ ਤੇ ਕੀਤਾ। ਇਹਨਾਂ ਦੇ ਮੰਦਿਰ ਤੋੜੇ ਜਾਣ ਲੱਗੇ, ਜੰਜੂ ਲਾਏ ਜਾਣ ਲੱਗੇ, ਇਹਨਾਂ ਨੂੰ ਟੈਕਸ ਭਰਨ ਤੱਕ ਮਜਬੂਰ ਕੀਤਾ। ਹਾਹਾਕਾਰ ਮਚੀ, ਪੁਕਾਰਾਂ ਹੋਈਆਂ, ਹੇ ਗੁਰੂ ਤੇਗ ਬਹਾਦਰ ਪਿਤਾ ਸਾਡੀ ਆ ਕੇ ਰੱਖਿਆ ਕਰੋ, ਇੱਥੇ ਔਰੰਗਜ਼ੇਬ ਤਾਂ ਸਾਨੂੰ ਪੂਜਾ ਵੀ ਨਹੀਂ ਕਰਨ ਦਿੰਦਾ। ਸੰਗਤ ਜੀ, ਜਦੋਂ ਸੱਚੇ ਪਿਤਾ ਜੀ ਪੰਜਾਬ 'ਚ ਨੇ ਤੇ ਬਨਾਰਸ, ਕਾਂਸੀ ਹੋਵੇ, ਪ੍ਰਾਗ ਹੋਵੇ, ਕੁਰਕਸ਼ੇਤਰ ਹੋਵੇ, ਹਰਿਦੁਆਰ ਹੋਵੇ, ਇਧਰੋਂ ਆਵਾਜ਼ਾਂ ਆਈਆਂ ਤੇ ਮਹਾਰਾਜ ਉਧਰ ਤੁਰ ਪਏ। ਤੇ ਜਦੋਂ ਢਾਕੇ ਦੀ ਧਰਤੀ ਤੇ ਪ੍ਰਚਾਰ ਕਰ ਰਹੇ ਸੀ, ਪੰਜਾਬ 'ਚ ਹਾਹਾਕਾਰ ਮਚੀ। ਫਿਰ ਮਹਾਰਾਜ ਪੰਜਾਬ ਦੀ ਧਰਤੀ ਤੇ ਤੁਰ ਪਏ। ਗੁਰੂ ਸਾਹਿਬ ਤੇ ਸਾਰੀ ਉਮਰ ਸਾਨੂੰ ਬਚਾਉਂਦੇ ਰਹੇ, ਆਪਣਾ ਵੇਖਿਆ ਹੀ ਕੁਝ ਨਾ ਮਹਾਰਾਜ ਨੇ। ਸੱਚੇ ਪਿਤਾ ਜੀ ਤੁਰ ਪਏ ਨੇ ਇੱਥੋਂ। ਇੱਥੇ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹ ਪੰਕਤੀਆਂ ਲਵਾਂਗਾ। ਮਹਾਰਾਜ ਕਹਿੰਦੇ, ਦੀਨ ਦੁਨੀਆ ਨੂੰ ਤਾਰਦਿਆਂ ਜਦੋਂ ਮਹਾਰਾਜ ਇਲਾਹਾਬਾਦ ਦੀ ਧਰਤੀ ਤੇ ਪਹੁੰਚੇ ਨਾ ਜੀ, ਇਹਨੂੰ ਤਰਵੇਣੀ ਕਿਹਾ ਜਾਂਦਾ ਕਿਉਂਕਿ ਇੱਥੇ 3 ਨਦੀਆਂ ਦੇ ਇਹਨਾਂ ਦੇ ਸੰਗਮ ਹੁੰਦੇ ਆ, ਇੱਕ ਗੁਪਤ ਵਰਤਦੀ ਆ। ਸੱਚੇ ਪਿਤਾ ਜੀ ਕਹਿੰਦੇ, ਮੁਰਪਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾ ਤਰਵੇਣੀ ਪਏ, ਪੁੰਨ ਦਾਨ ਦਿਨ ਕਰਤ ਬਤੇ। ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ, ਵੇਖੋ ਮਹਾਰਾਜ ਦਾ ਆਗਮਨ ਨਹੀਂ ਹੋਇਆ ਅਜੇ, ਪਰ ਮਹਾਰਾਜ ਆਪਣਾ ਪਿਛਲੇ ਜਨਮ ਦੀ ਕਾਰਜਕਾਰੀ ਦੱਸ ਰਹੇ। ਕਹਿੰਦੇ, ਜਦੋਂ ਮੇਰੇ ਪਿਤਾ ਤੇ ਮੇਰੇ ਮਾਤਾ, ਮੇਰੇ ਮਾਮਾ ਜੀ ਕਿਰਪਾਲ ਚੰਦ, ਇਤ ਆਦਿਕ ਭਾਈ ਦਿਆਲਾ ਜੀ, ਸੰਗਤੀਆ ਜੀ, ਇਹ ਸਾਰੇ ਸਿੱਖ ਜਦੋਂ ਪ੍ਰਚਾਰ ਦੀ ਖਾਤਰ ਇਲਾਹਾਬਾਦ ਪਹੁੰਚੇ, ਸੰਗਤਾਂ ਨੂੰ ਨਾਮਦਾਨ ਵੰਡਿਆ, ਚੰਗੇ ਅਮਲ ਕਰਨ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਕਹਿੰਦੇ, ਇਹ ਉਹ ਧਰਤੀ ਆ ਇਲਾਹਾਬਾਦ ਦੀ ਜਦੋਂ ਅਸੀਂ ਮਾਤ ਗੁਜਰੀ ਦੀ ਕੁੱਖ ਵਿੱਚ ਆ ਕੇ ਨਿਵਾਸ ਕਰ ਲਿਆ। ਆਖੋ ਸਤਨਾਮ ਸ੍ਰੀ। ਕਹਿੰਦੇ ਇਹ ਉਹ ਧਰਤੀ ਹੈ। ਸੱਚੇ ਪਿਤਾ ਜੀ ਕਹਿੰਦੇ ਕਿ ਜਬ ਹੀ ਜਾ ਤਰਵੇਣੀ ਪਏ, ਪੁੰਨ ਦਾਨ ਦਿਨ ਕਰਤ ਬਤੇ, ਤਹੀਂ ਪ੍ਰਕਾਸ਼ ਹਮਾਰਾ ਭਇਓ। ਸੱਚ ਐਵੇਂ ਇਹ ਉਹ ਧਰਤੀ ਹੈ ਜਿੱਥੇ ਮਾਤਾ ਦੀ ਕੁੱਖ 'ਚ ਪ੍ਰਕਾਸ਼ ਹੋਇਆ। ਪਟਨਾ ਸ਼ਹਿਰ ਵਿਖੇ ਭਵ ਲਿਓ। ਭਵ ਦਾ ਭਾਵ ਹੁੰਦਾ ਜਨਮ, ਪਰ ਉਹ ਅਜੇ ਪਟਨਾ ਸਾਹਿਬ ਅਗਾਂਹ ਹੋਵੇਗਾ ਜਾ ਕੇ। ਇੱਥੇ ਮਹਾਰਾਜ ਨੇ ਕਿ ਉਹ ਹੈ ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਮਾਂ ਜੀ ਦੀ ਕੁੱਖ 'ਚ ਆ ਕੇ ਠਹਿਰ ਗਏ ਹਾਂ। ਜਦੋਂ ਮਰਦ ਅਗੰਮੜਾ, ਕਲਗੀਆਂ ਵਾਲਾ, ਬਾਜਾਂ ਵਾਲਾ, ਸੱਚ ਐਵੇਂ ਜਿਹਦੇ ਚਿਹਰੇ ਦਾ ਨੂਰ ਵੇਖ ਕੇ ਸੂਰਜ ਨੂੰ ਵੀ ਮਾਤ ਪੈਂਦੀ ਹੋਵੇ, ਚੰਨ ਵੀ ਬਦਲੀਆਂ ਦੇ ਓਲੇ ਹੁੰਦਾ ਹੋਵੇ, ਉਹ ਮੇਰਾ ਸਤਿਗੁਰੂ ਪਿਤਾ ਜੀ ਕਹਿੰਦੇ ਜਦੋਂ ਮਾਤ ਗੁਜਰੀ ਦੀ ਕੁੱਖ 'ਚ ਨਿਵਾਸ ਕਰਦਾ ਤੇ ਸੰਗਤ ਜੀ ਮਾਂ ਜੀ ਦਾ ਚਿਹਰੇ ਦਾ ਪ੍ਰਤਾਪ ਨਹੀਂ ਸੀ ਚੱਲਿਆ ਜਾਂਦਾ। ਮਾਂ ਜੀ ਦੇ ਚਿਹਰੇ ਵੱਲ ਵੇਖ ਕੇ ਦੁੱਖ ਭੁੱਖ ਲੈ ਜਾਂਦੇ ਸੀ, ਫਿਕਰ ਝੋਰੇ ਮੁੱਕ ਜਾਂਦੇ ਸੀ। ਇੰਨਾ ਤਰਵਾਸ ਤੇ ਇੰਨੀ ਠੰਡਕ ਮਾਂ ਜੀ ਬਹੁਤ ਘੱਟ ਕਿਸੇ ਨੂੰ ਬੁਲਾਉਣ ਲੱਗ ਪਏ। ਸੱਚੇ ਪਿਤਾ ਜੀ ਤੇ ਉਹ ਸਮੇਂ ਤੋਂ ਬੰਦਗੀ ਦੇ ਵਿੱਚ ਰਹਿਣਾ। ਇੱਥੋਂ ਫਿਰ ਗੁਰੂ ਜੀ ਆਖਿਰਕਾਰ ਸੰਗਤ ਪਟਨੇ ਦੀ ਧਰਤੀ ਪਹੁੰਚੇ, ਕਿਉਂਕਿ ਅਸੀਂ ਉਹੀ ਇਤਿਹਾਸ ਲੈਣਾ ਜੋ ਮਹਾਰਾਜ ਦੇ ਆਗਮਨ ਨਾਲ ਜੁੜੇ। ਇੱਥੇ ਕੁਝ ਕੁ ਵਿਚਾਰਾਂ ਕਿ ਮਹਾਰਾਜ ਜੀ ਸਭ ਤੋਂ ਪਹਿਲਾਂ ਕਿੱਥੇ ਰੁਕੇ ਜਾ ਕੇ, ਤੇ ਜਿਹੜਾ ਪਟਨਾ ਸਾਹਿਬ ਮੈਂ ਕੱਲ ਵੀ ਥੋੜੀ ਸੰਖੇਪ ਵਿਚਾਰ ਦਿੱਤੀ ਸੀ, ਅੱਜ ਵੀ ਥੋੜਾ ਵਿਸਥਾਰ ਕਰਾਂਗਾ ਕਿ ਇਹ ਪਟਨਾ ਨਾ ਉਸ ਸਮੇਂ ਬੰਗਾਲ ਦੇ ਅਧੀਨ ਸੀ, ਜਿੰਨਾ ਵਿਹਾਰ ਪੈਂਦਾ ਸੀ।
ਇੱਕ ਇੱਥੇ ਹੀ ਇੱਕ ਨਾਲੰਦਾ ਕਰਕੇ ਕਹਿੰਦੇ ਵਿਦਿਆ ਦਾ ਬਹੁਤ ਵੱਡਾ ਇਹ ਕੇਂਦਰ ਸੀ ਪਟਨਾ ਸਾਹਿਬ। ਤੇ ਕੱਲ ਵੀ ਬੇਨਤੀ ਕੀਤੀ ਸੀ ਕਿ 22 ਇਹਦੇ ਨਾਂ ਬਣੇ। ਯੂਨਾਨੀਆਂ ਦੇ ਸਮੇਂ ਦਾ ਨਾਮ ਪਾਲੀ ਪੋਥਰਾ ਪਿਆ, ਤੇ ਜਦੋਂ ਔਰੰਗਜ਼ੇਬ ਦੇ ਪੋਤਰੇ ਨੇ ਇੱਥੋਂ ਦੀ ਹਾਕਮੀ ਸੰਭਾਲੀ ਸੀ ਜਾ ਕੇ, ਉਦੋਂ ਇਹਦਾ ਨਾਮ ਜਿਹੜਾ ਸੀ ਅਜੀਮਾਬਾਦ ਕਰਕੇ ਵੀ ਹੋਇਆ। ਪਰ ਜਦੋਂ ਗੁਰੂ ਸਾਹਿਬ ਸੱਚੇ ਪਿਤਾ ਜੀ ਇੱਥੇ ਗਏ ਨਾ, ਮਹਾਰਾਜ ਜੀ ਗੁਰੂ ਤੇਗ ਬਹਾਦਰ, ਉਦੋਂ ਇੱਥੋਂ ਦਾ ਹਾਕਮ ਸੀ ਰਹੀਮ ਬਖਸ਼। ਗੁਰੂ ਤੇਗ ਬਹਾਦਰ ਸੱਚੇ ਪਿਤਾ ਪਟਨਾ ਸਾਹਿਬ ਦੀ ਧਰਤੀ ਦੇ ਨੇੜੇ ਨਾ ਇੱਕ ਇਮਲੀ ਦਾ ਰੁੱਖ ਸੀ ਸੰਗਤ, ਸਭ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਜਿੱਥੇ ਮੱਝ ਜੀ ਰੁਕਦੇ ਆ, ਕਹਿੰਦੇ ਉਸ ਬਾਗ ਦੇ ਵਿੱਚ ਜਦੋਂ ਗੁਰੂ ਸਾਹਿਬ ਰੁਕੇ, ਉਹ ਬਾਗ ਸੁੱਕਾ ਸੀ। ਤੇ ਇਹਨੂੰ ਸੁੱਟ ਨਾ ਪਾਇਓ, ਇਹ ਮੇਰਾ ਉਹ ਗੁਰੂ ਹੈ ਜਿਹੜਾ ਕੇਵਲ ਦੁਨੀਆ ਵਿੱਚ ਉੱਗੇ ਰੁੱਖਾਂ ਨੂੰ ਹਰਾ ਨਹੀਂ ਕਰਦਾ, ਜੇ ਅੰਦਰ ਨਾਮ ਦੇ, ਸੁੱਖਾਂ ਦੇ, ਖੁਸ਼ੀਆਂ ਦੇ ਖੇੜੇ ਦੇ ਸੋਕੇ ਪਏ ਨੇ। ਗੁਰੂ ਚਰਨਾਂ 'ਚ ਅਰਦਾਸ ਕਰੋ, ਮਨ ਅੰਦਰ ਦੇ ਵੀ ਸੋਕੇ ਗੁਰੂ ਦੂਰ ਕਰ ਦਿੰਦਾ। ਸੂਕੇ ਹਰੇ ਕੀਏ ਖਿਨ ਮਾਹੇ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਮਹਾਰਾਜ ਕਹਿੰਦੇ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਦੀਆਂ ਇੱਥੇ ਬਖਸ਼ਿਸ਼ਾਂ ਨੇ। ਅਸੀਂ ਅਗਾਂਹ ਪੌੜੀ ਦਾ ਵੀ ਪਾਠ ਕਰਾਂਗੇ। ਸਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਉਹ ਦੁਨੀਆ ਦੇ ਲੋਗੋ, ਭਾਵੇਂ ਪਹਿਲਾ ਜਾਮਾ ਹੋਵੇ, ਭਾਵੇਂ ਨਵੰਗ ਜਾਮਾ ਹੋਵੇ, ਭਾਵੇਂ ਦਸਵਾਂ, ਜਿੱਥੇ ਮੇਰੇ ਸਤਿਗੁਰੂ ਜਾ ਕੇ ਬਹਿ ਜਾਂਦੇ ਆ, ਮੁੱਦਤਾਂ ਤੋਂ ਸੁੱਕੇ ਬਾਗ ਵੀ ਗੁਰੂ ਦੇ ਚਰਨ ਪੈਣ ਕਰਕੇ ਹਰੇ ਭਰੇ ਹੋ ਜਾਂਦੇ ਆ। ਇਹ ਬਾਗ ਉਥੋਂ ਦੇ ਹਾਕਮ ਦਾ ਰਹੀਮ ਬਖਸ਼ ਦਾ ਸੀ। ਇਹ ਦੋ ਭਰਾ ਨੇ ਜੀ, ਰਹੀਮ ਬਖਸ਼, ਕਰੀਮ ਬਖਸ਼। ਕਹਿੰਦੇ ਜਦੋਂ ਬਾਗ ਹਰਿਆ ਹੋਇਆ, ਇੱਥੇ ਮਹਾਰਾਜ ਨੇ ਪੜਾ ਕੀਤਾ, ਰਹੀਮ ਬਖਸ਼ ਆਇਆ, ਬੜਾ ਰਸ ਭਰਿਆ ਵਿਦਵਾਨਾਂ ਨੇ। ਕਹਿੰਦੇ ਮਹਾਰਾਜ ਦੀਆਂ ਅਜ਼ਮਤਾਂ ਵੇਖ ਕੇ ਸਜਦਾ ਕਰਤਾ। ਸਤਿਗੁਰੂ ਕਹਿੰਦੇ ਪੁਰਖਾ ਇਹ ਬਾਗ ਕਿਹਦਾ? ਕਹਿੰਦਾ ਮਹਾਰਾਜ ਜੀ ਤੁਹਾਡਾ। ਕਹਿੰਦੇ 3 ਵਾਰ ਪੁੱਛਿਆ, ਕਹਿੰਦੇ ਰਹੀਮ ਇਹ ਬਾਗ ਕਿਹਦਾ? ਕਹਿੰਦਾ ਸਤਿਗੁਰੂ ਜੀ ਤੁਹਾਡਾ। ਤੀਜੀ ਵਾਰੀ ਜਦੋਂ ਮਹਾਰਾਜ ਨੇ ਪੁੱਛਿਆ ਬਾਗ ਕਿਹਦਾ? ਕਹਿੰਦਾ ਸਤਿਗੁਰੂ ਜੀ ਸਭ ਕੁਝ ਤੁਹਾਡਾ। ਕਹਿੰਦੇ ਉਹ ਬਾਗ ਗੁਰੂ ਦਾ ਬਾਗ ਬਣ ਕੇ ਸਦਾ ਹੀ ਦੁਨੀਆ ਨੂੰ ਤਾਰਨ ਲੱਗ ਪਿਆ। ਅੱਜ ਉੱਥੇ ਗੁਰਦੁਆਰਾ ਸਾਹਿਬ ਹੈ, ਜਿਨ੍ਹਾਂ ਸੰਗਤਾਂ ਨੇ ਦਰਸ਼ਨ, ਅਸੀਂ ਪਿਛਲੇ ਦਿਨ ਹੀ ਗਏ, ਇੱਕ ਇੱਕ ਥਾਂ ਜਾ ਕੇ ਬਕਾਇਦਾ ਉਤੋਂ ਦਾ ਇਤਿਹਾਸ ਲੈ ਕੇ ਇੱਥੇ ਪਹੁੰਚੇ। ਗੁਰੂ ਸਾਹਿਬ ਜੀ ਨੇ ਉਹ ਥਾਂ ਨੂੰ ਨਵਾਜਿਆ। ਇੱਥੇ ਨਾ ਇੱਥੋਂ ਫਿਰ ਚੱਲ ਕੇ 3 ਜਾਣੇ ਨੇ, ਜਗਤ ਸੇਠ, ਰਲਾ ਸੇਠ ਤੇ ਮਾਧੋ ਸੇਠ। ਇਹਦੇ ਵਿੱਚੋਂ ਇੱਕ ਜਗਤਾ ਜੀ, ਇਹ ਸੇਠ ਸੀ, ਇਹਦੀ ਦੁਕਾਨ ਹੁੰਦੀ ਸੀ ਤੇ ਕਚੋਰੀਆਂ ਬੜੀਆਂ ਵਧੀਆ ਤਲਦਾ ਸੀ ਤੇ ਮਹਾਰਾਜ ਦਾ ਬੜਾ ਪਿਆਰਾ ਸੀ। ਕਹਿੰਦੇ ਮਹਾਰਾਜ ਜੀ ਨੂੰ ਆਪਣੇ ਘਰ ਲੈ ਗਿਆ ਏ। ਇਹ ਜਦੋਂ ਇੱਥੇ ਲੈ ਕੇ ਗਿਆ ਤੇ ਅੱਜ ਇਸ ਥਾਂ ਨੂੰ ਗਊ ਘਾਟ ਵੀ ਕਿਹਾ ਜਾਂਦਾ ਪਟਨਾ ਸਾਹਿਬ। ਕਹਿੰਦੇ ਇੱਥੋਂ ਇਹਨੇ ਕੀ ਕਰਨਾ ਸੰਗਤ ਜੀ, ਸਾਰੀ ਦਿਹਾੜੀ ਸੰਗਤ ਦੀ ਸੇਵਾ ਕਰਨੀ। ਤੇ ਜੋ ਮੈਂ ਪੜਿਆ ਨਾ, ਕਹਿੰਦੇ ਕਚੋਰੀਆਂ ਤਲ ਕੇ ਸੰਗਤਾਂ ਨੂੰ ਛਕਾਉਣੀਆਂ, ਮਹਾਰਾਜ ਦੇ ਅੰਗ ਸੰਗ ਰਹਿਣਾ। ਕਹਿੰਦੇ ਸੰਗਤਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਤਾਂ ਸਾਰੀ ਦਿਹਾੜੀ ਸੇਵਾ 'ਚ ਲੱਗਾ ਰਹਿੰਦਾ, ਨਹਾਉਂਦਾ ਵੀ ਹੈਗਾ, ਕਿਹਨੂੰ ਤੇ ਨਹਾਉਣ ਦਾ ਵੀ ਟਾਈਮ ਨਹੀਂ ਮਿਲਦਾ। ਤੇ ਗੁਰੂ ਸਾਹਿਬ ਸੱਚੇ ਪਿਤਾ ਜਦੋਂ ਦੇ ਘਰ ਗਏ ਨਾ, ਤੇ ਕੁਝ ਸੰਗਤਾਂ ਨੇ ਵਿਤਕਰਾ ਕੀਤਾ। ਕਹਿੰਦੇ ਮਹਾਰਾਜ ਤੁਸੀਂ ਤਾਂ ਆਪ ਕਹਿੰਦੇ ਹੋ ਕਿ ਨਾਮ ਦਾਨ ਇਸ਼ਨਾਨ ਹੋਣਾ ਚਾਹੀਦਾ, ਮਰਜੀ ਇਹ ਤੇ ਨਾ ਨਾਮ ਜਪਦਾ ਨਾ ਨਹਾਉਂਦਾ ਹੈ, ਤੇ ਤੁਸੀਂ ਇਹਦੇ ਘਰ ਪੜਾ ਕਰ ਲਿਆ। ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਦਿਖਾਵਾ ਨਹੀਂ ਕਰਦਾ। ਕਹਿੰਦੇ ਅੰਮ੍ਰਿਤ ਵੇਲਾ ਸਾਂਭਦਾ। ਅੰਮ੍ਰਿਤ ਵੇਲੇ ਜਦੋਂ ਦੁਨੀਆ ਸੁੱਤੀ ਹੁੰਦੀ ਹੈ, ਇਹ ਉੱਠ ਕੇ ਗੁਰੂ ਗੁਰੂ ਕਰਦਾ ਤੇ ਸਾਰੀ ਦਿਹਾੜੀ ਦੁਕਾਨ ਦਾ ਸ਼ਟਰ ਚੁੱਕ ਕੇ ਮੇਰੇ ਸਿੱਖਾਂ ਦੀ ਸੇਵਾ ਕਰਦਾ। ਸਤਿਗੁਰੂ ਜੀ ਇੱਥੇ ਰਹੇ। ਇੱਥੇ ਵੀ ਜਦੋਂ ਕਹਿੰਦੇ ਜ਼ਿਆਦਾ ਭੀੜ ਹੋਣ ਲੱਗ ਪਈ, ਇੱਥੋਂ ਫਿਰ ਚੱਲ ਕੇ ਗੁਰੂ ਸਾਹਿਬ ਹੋਰ ਪੜਾ ਕਰਦੇ। ਆਖਿਰਕਾਰ ਸੰਗਤ ਜੀ ਉਹ ਸਮਾਂ ਜਦੋਂ ਚੁਮਾਸਾ ਲੱਗਾ ਸੀ, ਭਾਵ ਮੀਂਹ ਦੇ ਦਿਨ ਸੀ ਨਾ, ਤੇ ਮਹਾਰਾਜ ਇੱਥੇ ਕੋਈ 6 ਮਹੀਨੇ ਰੁਕੇ ਆ ਪਟਨਾ ਸਾਹਿਬ। ਸੱਚੇ ਪਿਤਾ ਜੀ, ਮਾਤਾ ਜੀ ਦੀ ਕੁੱਖ 'ਚ ਗੁਰੂ ਗੋਬਿੰਦ ਸਿੰਘ, ਇਹ ਨਾ ਭੁੱਲਿਓ। ਤੇ ਕਮਾਲ ਦੀ ਗੱਲ ਸੰਗਤ ਜੀ, 33 ਵਰੇ ਬਾਅਦ ਮਹਾਰਾਜ ਦੇ ਘਰੇ ਖੁਸ਼ੀ ਆਉਣੀ ਸੀ। ਤੇ ਮੈਂ ਕਹਿੰਦਾ ਆਮ ਮਾਂ ਬਾਪ ਲਈ ਨਾ ਇਹ ਬੜੀ ਵੱਡੀ ਖੁਸ਼ੀ ਹੁੰਦੀ ਹੈ। ਜਿਨ੍ਹਾਂ ਦੇ ਘਰੇ ਔਲਾਦ ਨਹੀਂ ਨਾ ਸੰਗਤ, ਉਹਨਾਂ ਨੂੰ ਪੁੱਛ ਕੇ ਵੇਖੋ, ਉਹਨਾਂ ਦੇ ਕੰਨ ਤਰਸਦੇ ਆ, ਸਾਨੂੰ ਵੀ ਕੋਈ ਮਾਂ ਕਹਿਣ ਵਾਲਾ ਹੋਵੇ, ਸਾਨੂੰ ਵੀ ਕੋਈ ਪਿਤਾ ਕਹਿਣ ਵਾਲਾ ਹੋਵੇ। ਇਹ ਉਹਨਾਂ ਦੇ ਅੰਦਰ ਨੂੰ ਪੁੱਛ ਕੇ ਵੇਖੋ। ਕਹਿੰਦੇ ਜਦੋਂ 33 ਸਾਲ ਬਾਅਦ ਰੱਬ ਨੇ ਬੋੜਨਾ ਸੀ, ਤੇ ਮੇਰਾ ਗੁਰੂ ਢਾਕੇ ਦੀ ਅਸਾਮ ਦੀ ਧਰਤੀ ਤੇ ਪ੍ਰਚਾਰ ਕਰਨ ਚੱਲੇ ਪਏ। ਬੜਿਆਂ ਨੇ ਰੋਕਿਆ, ਮਹਾਰਾਜ ਜੀ ਰੁਕੋ। ਗੁਰੂ ਸਾਹਿਬ ਕਹਿੰਦੇ ਨਹੀਂ, ਸਤਿਗੁਰੂ ਦਾ ਹੁਕਮ ਹੈ, ਅਸੀਂ ਇਸ ਧਰਤੀ ਤੇ ਬਹੁਤ ਕੁਝ ਅਜੇ ਕਰਨਾ ਉਹ ਬਾਕੀ ਹੈ। ਪਰਿਵਾਰ ਦੇ ਕੋਲ
ਸਭ ਤੋਂ ਪਹਿਲਾਂ ਮਾਮਾ ਕਿਰਪਾਲ ਚੰਦ ਜੀ ਦਾ ਨਾਮ ਆਉਂਦਾ ਹੈ। ਉਸ ਤੋਂ ਬਾਅਦ ਬਾਬਾ ਭਾਈ ਦਿਆਲਾ ਜੀ, ਸ਼ਹੀਦ ਭਾਈ ਮਨੀ ਸਿੰਘ ਦੇ ਵੱਡੇ ਭਰਾ ਨੇ। ਇਹਨਾਂ ਦਾ ਜ਼ਿਕਰ ਤਾਂ ਕਰਕੇ ਆਉਂਦਾ ਹੈ ਜੀ, ਮਹਾਰਾਜ ਜਦੋਂ ਅਸਾਮ ਦੀ ਧਰਤੀ ਵੱਲ ਚੱਲੇ ਨਾ, ਖਾਸ ਕਰਕੇ ਹੁਕਮ ਕੀਤਾ ਸੀ कि बाबा दयाला जी का किया, गुरु का किया जानना, कि जो ये कहते उन्होंने सुट ना पाओ, गुरु का ही किया जाने हो। गुरु साहब सच्चे पिता परिवार नूं इत्थे टिकांदे आ। हुण गुरु जी कित्थे टिका के गए, ते कल असीं लड़ी जोड़ांगे अज केवल इथों कि सच्चे पिता जी जिहड़ा अज तख्त है ना पटना साहब दा, इहदा नाम पता की है? श्री हरमंदर जी। ये तख्त दा नाम है, पटना साहब शहर का नाम है, ते बिहार ये सारा इलाका आ जाता है। श्री हरमंदर जी ते जिहड़ा दरबार साहब है ये अकाल तख्त साहब है, साडा तख्त है जिहड़ा। हरमंदर साहब वखरा गुरु घर है साडा, जिन्हों दरबार साहब भी चलो सत्कार नाल कहने आ। कहते ये ओ घर है जिस घर च कदे गुरु नानक जी ने चरण पाए सी। सालसराय जौहरी जी का मैं वो साखी नहीं लैनी, केवल इन्ना कोई इशारा ही करना है कि इत्थे जदों महाराज जी रहे कुछ समय ते बड़ी संगत होनी शुरू हुई। सालसराय जी कहते महाराज जी दिल नहीं करता तुहानूं इन्हां अखियां तो दूर करिए, तुसीं इत्थे टिको। ते पहले जामे विच गुरु साहब कह के गए सी टिकांगे, कई साल टिकांगे ते तेरे ही घर टिकांगे। संगत जी उस घर दे विच गुरु गोबिंद सिंह जी दा प्रकाश होया। ਉਹ ਘਰ ਅੱਜ ਸਾਡਾ ਹਰਮੰਦਰ ਸਾਹਿਬ ਜਿਹੜਾ ਤਖਤ ਹੈ ਪਟਨਾ ਸਾਹਿਬ ਜੀ ਦਾ, ਇੱਥੇ ਪਰਿਵਾਰ ਨੂੰ ਮਾਰਚ ਟਿਕਾਉਂਦੇ ਆ। ਤੇ ਇਹਨਾਂ ਦੇ ਅਗਾਂਹ ਜਿਹੜੇ ਪੋਤਰੇ ਸੀ ਨਾ ਬਾਬਾ ਸਾਲਸਰਾਏ ਜੌਹਰੀ ਜੀ ਦੇ, ਇਹਨਾਂ ਨੇ ਬੜੀ ਆਓ ਭਗਤ ਤੇ ਰਜਮੀ ਸੇਵਾ ਕੀਤੀ। ਤੇ ਇਹਨਾਂ ਸਾਰਿਆਂ ਦੇ ਵਿੱਚ ਇੱਕ ਪੇੜੇ ਬਾਈ ਇਹ ਦਾਈ ਸੀ ਉਸ ਸਮੇਂ, ਤੇ ਬੜੀ ਮਸ਼ਹੂਰ ਔਰਤ ਸੀ। ਤੇ ਇੱਕ ਦਾਈ ਲਾਡੋ ਜੀ ਦਾ ਜ਼ਿਕਰ ਕਰਦੇ ਨੇ, ਕਹਿੰਦੇ ਇਹਨਾਂ ਦੀ ਖਾਸ ਕਰਕੇ ਡਿਊਟੀ ਲਾਈ ਮਹਾਰਾਜ ਸੱਚੇ ਪਿਤਾ ਤੇਗ ਬਹਾਦਰ ਜੀ ਨੇ ਕਿ ਤੁਸੀਂ ਮਾਤ ਗੁਜਰੀ ਦੇ ਹਮੇਸ਼ਾ ਅੰਗ ਸੰਗ ਰਹਿਣਾ, ਕਿਉਂਕਿ ਉਸ ਸਮੇਂ ਦਾਈਆਂ ਦਾ ਬਹੁਤ ਵੱਡਾ ਰੋਲ ਰਿਹਾ ਜੀ। ਜਿਵੇਂ ਅਸੀਂ ਗੁਰੂ ਨਾਨਕ ਜੀ ਦੇ ਸਮੇਂ ਦੌਲਤਾਂ ਦਾਈ ਨੂੰ ਨਹੀਂ ਨਾ ਭੁੱਲਦੇ, ਤੇ ਪੇੜੇ ਬਾਈ ਤੇ ਲਾਡੋ ਦਾਈ ਨੂੰ ਵੀ ਕਦੇ ਨਾ ਭੁੱਲਿਓ। ਇਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਦੇ ਦੀਦਾਰੇ ਕੀਤੇ ਆ। ਇਹਨਾਂ ਨੇ ਆਪ ਹੋ ਕੇ ਉਹ ਸਾਰੀ ਕਿਰਿਆ ਨੂੰ ਪ੍ਰਕਾਸ਼ ਜਦੋਂ ਸਤਿਗੁਰੂ ਜੀ ਦਾ ਹੁੰਦਾ, ਇਥੋਂ ਫਿਰ ਸੱਚੇ ਪਿਤਾ ਜੀ ਅਗਾਂਹ ਚਾਲੇ ਪਾਉਂਦੇ ਆ। ਅਸੀਂ ਸਾਧ ਸੰਗਤ ਇਥੋਂ ਮਹਾਰਾਜ ਸੱਚੇ ਪਿਤਾ ਦਾ ਪ੍ਰਕਾਸ਼ ਹੋਣਾ ਤੇ ਅਗਾਂਹ ਜੋ ਲੜੀ ਹੈ ਉਹ ਆਪ ਜੀਆਂ ਦੇ ਸਮਕਸ਼ ਜਦੋਂ ਵੀ ਸਮਾਂ ਬਣਿਆ ਜ਼ਰੂਰ ਸੇਵਾ ਵਿੱਚ ਰੱਖਾਂਗੇ, ਕਿਉਂਕਿ ਕੱਲ ਤੋਂ ਸ੍ਰੀ ਅਖੰਡ ਪਾਠ ਸਾਹਿਬ ਰਖੋ ਜਾਣੇ ਆ। ਗੁਰੂ ਗੋਬਿੰਦ ਸਿੰਘ ਸੱਚਾ ਪਿਤਾ ਰਹਿਮਤ ਵਰਤਾਏ, ਆਪ ਸਾਨੂੰ ਸਾਰਿਆਂ ਨੂੰ ਆਪਣੇ ਘਰ ਦਾ ਪਿਆਰ, ਸ਼ਰਧਾ, ਭਰੋਸੇ ਦੀ ਦਾਤ ਬਖਸ਼ਿਸ਼ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।